सतनाम श्री वाहिगुरु साहिब जीओ। एक ओंकार सतगुर प्रसाद सोरठ महला नौवा। मन रे प्रभ की शरण विचारो, जह सिमरत गनकासी उधरी। ताको जस उरतारो रहाओ, अटल पयो त्रुजा कै सिमरन। और निरपै पद पाया, दुख हरता एह बिद को स्वामी। तै काहे बिसराया, जब ही शरण गही कृपा निध। गज गराहा ते छूटा, महिमा नाम कहाँ लो बरनो। राम कहत बंधन तह टूटा। आजामल पापी जग जाने, निमक माहे निस्तारा। नानक कहत चेत चिंता मन, तै पी उतरै पारा। आजामल पापी जग जानै, निमक माहे निस्तारा। नानक कहत चेत चिंता मन, तै पी उतरै पारा। चबर छत्र तख्त दे मालक, वालिए कुल आलम, दो जहां दे वाली परम कृपालु रहबर। धन धन साहिब श्री गुरु ग्रंथ साहिब जी महाराज, जिन्हां दी मुकद्दस गोद अंदर आप समूह हादरीन शामां दे दीवाना विच हाजरियां भर रहे हो। सुभागा समा बख्शिश कीता है सतगुरु पातशाह जी ने। विचारां दे नाल सांझ पाउण दा चल रही लड़ीवार विचार पावन पवित्र बाणी। धन धन गुरु तेग बहादुर पातशाह जी के मुखारविंद तो प्रगट हुई ये पावन पवित्र शब्द धन गुरु ग्रंथ साहिब जी महाराज जी के पावन अंक 632 के उपर सवाएमान है, जो आप जी ने मंगलाचरण के रूप दे विच सरवण किया है। गुरुदेव सतगुरु कृपा बख्शिश करके आप विचारा करवा लैन। आओ मन बिरतियां इकागर करके कुछ समा गुरु चरणों दे विच ध्यान तरीए, रसना पवित्र करो, सजदा करो गुरुदेव सतगुरु जी नूं। वाहिगुरु जी का खालसा, वाहिगुरु जी की फतेह। पावन पवित्र शब्द जो कि सोरठ राग दे अंदर है। सोरठ राग रागां दी नियमावली दे अंदर गुरु ग्रंथ साहिब जी महाराज अंदर 9वां राग है, महला 9वां। 9वें महाराज गुरु तेग बहादुर पातशाह जी दे मुखारविंद तो उच्चारण किया ये शब्द। रहाओ दे पदे अंदर सतगुरु पातशाह जो उपदेश बख्शिश करते ने, मन रे प्रभ की शरण विचारो, जह सिमरत गनकासी उदरी। ताको जस उड़तारो रहाओ। गुरुदेव सतगुरु जी के पावन पवित्र शब्दों के अंदर ये विलक्षणता है भी सतगुरु पातशाह ज़्यादातर अपने शब्दों के मन नूं संबोधन होकर गल्लां करते हैं।
ਜਿਹਦੇ ਵਿੱਚ ਪਹਿਲਾਂ ਮਨ ਨੂੰ ਸੰਬੋਧਨ ਕੀਤਾ ਗਿਆ ਹੈ, ਮਨ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਤੇ ਗੁਰਦੇਵ ਸਤਿਗੁਰੂ ਮਨ ਰਾਹੀਂ ਸਾਨੂੰ ਇਹ ਉਪਦੇਸ਼ ਕਰਦੇ ਨੇ ਵੀ ਮਨ ਜਿਹੜਾ ਹੈ ਮਨੁੱਖ ਨੂੰ ਆਪਣੇ ਪਿੱਛੇ ਲਾਈ ਫਿਰਦਾ ਹੈ ਸੰਸਾਰ ਦੇ ਵਿੱਚ। ਤੇ ਸਭ ਤੋਂ ਵੱਡੀ ਅਚੰਭੇ ਵਾਲੀ ਗੱਲ ਇਹ ਹੈ ਵੀ ਮਨੁੱਖ ਜਿਸ ਵੇਲੇ ਮਨ ਮੁਖੀ ਬਣ ਜਾਂਦਾ ਨਾ, ਮਨ ਦੀਆਂ ਬਿਰਤੀਆਂ ਦੇ ਪਿੱਛੇ ਤੁਰਨਾ ਸ਼ੁਰੂ ਕਰ ਦਿੰਦਾ ਹੈ, ਸੰਸਾਰ ਦੀ ਮਾਇਆ ਦੇ ਵਿੱਚ ਗਰਸਿਆ ਜਾਂਦਾ ਹੈ, ਸੰਸਾਰ ਦੇ ਮੋਹ ਜਾਲ ਦੇ ਵਿੱਚ ਧਨ ਪਦਾਰਥ ਪੈਸਾ ਸਿਰਫ ਇਸੇ ਨੂੰ ਆਪਣਾ ਮਨੋਰਥ ਸਮਝ ਲੈਂਦਾ ਹੈ। ਤੇ ਜਿਹੜਾ ਫਰਜ਼ ਉਹਨੇ ਅਦਾ ਕਰਨਾ ਸੀ, ਜਿਹੜਾ ਰਿਸਪੌਂਸੀਬਲ ਉਹਨੇ ਬਣਨਾ ਸੀ, ਧਰਮੀ ਬਣਨਾ ਸੀ, ਉਹ ਨਹੀਂ ਬਣਦਾ, ਅਨਰਿਸਪੌਂਸੀਬਲ ਹੋ ਕੇ ਜ਼ਿੰਦਗੀ ਬਤੀਤ ਕਰਦਾ ਹੈ। ਤੇ ਉਹਨੂੰ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਮਨ ਬਿਰਤੀਆਂ ਦੇ ਪਿੱਛੇ ਲੱਗ ਕੇ ਕਰਮ ਕਮਾਉਂਦਿਆਂ ਨੂੰ ਇਸ ਤਰ੍ਹਾਂ ਹੀ ਲੱਗਦਾ ਵੀ ਉਹਦੀ ਸ਼ਾਇਦ ਜ਼ਿੰਦਗੀ ਦਾ ਪਸਾਰਾ ਇੰਨਾ ਕੋਈ ਹੈ। ਆ ਗਿਣੇ ਚੁਣੇ ਕੰਮ ਜਿਹੜੇ ਨੇ ਇਹੀਓ ਉਹਦੀ ਜ਼ਿੰਦਗੀ ਦੇ ਵਿੱਚ ਉਹਦਾ ਰੂਟੀਨ ਹੈ, ਇਹੀਓ ਕੰਮ ਉਹਨੇ ਜ਼ਿੰਦਗੀ ਦੇ ਵਿੱਚ ਕਰਨੇ ਨੇ। ਤੇ ਗੁਰਦੇਵ ਸਤਿਗੁਰੂ ਉਹਨਾਂ ਲੋਕਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਵੀ ਚਾਹੇ ਸੰਸਾਰ ਦੇ ਵਿੱਚ ਕੋਈ ਡਾਕੂ, ਕੋਈ ਲੁਟੇਰਾ, ਕੋਈ ਠੱਗ ਹੋਵੇ, ਕੋਈ ਪਾਪੀ ਹੋਵੇ, ਜਿੰਨੇ ਮਰਜ਼ੀ ਉਹਨੇ ਪਾਪ ਕਮਾਏ ਹੋਣ, ਪਾਤਸ਼ਾਹ ਕਹਿੰਦੇ ਇੱਦਾਂ ਦੀ ਗੱਲ ਨਹੀਂ ਵੀ ਉਹ ਤਰ ਨਹੀਂ ਸਕਦਾ ਸੰਸਾਰ ਵਿੱਚ। ਉਹ ਵੀ ਪਰਮਾਤਮਾ ਦਾ ਸਿਮਰਨ ਕਰ ਸਕਦਾ, ਬੰਦਗੀ ਕਰ ਸਕਦਾ ਹੈ। ਸਮਾਂ ਕੋਈ ਹੋਵੇ, ਚਾਹੇ ਬਾਲ ਅਵਸਥਾ ਹੋਵੇ, ਜਵਾਨੀ ਦਾ ਸਮਾਂ ਹੋਵੇ, ਚਾਹੇ ਬੁਢਾਪੇ ਦਾ ਸਮਾਂ ਹੋਵੇ, ਸਿਰਫ ਤੇ ਸਿਰਫ ਮਨੁੱਖ ਨੂੰ ਉਦਮ ਕਰਨਾ ਚਾਹੀਦਾ ਹੈ। ਕਿਸੇ ਸਮੇਂ ਵੀ ਪਰਮਾਤਮਾ ਦਾ ਸਿਮਰਨ ਬੰਦਗੀ ਕੀਤੀ ਜਾ ਸਕਦੀ ਹੈ। ਸਮਾਂ ਲੰਘਣ ਤੋਂ ਪਹਿਲਾਂ, ਵੇਲਾ ਨਿਕਲਣ ਤੋਂ ਪਹਿਲਾਂ, ਖੁੰਝਣ ਤੋਂ ਪਹਿਲਾਂ ਇਹਨੂੰ ਜੇਕਰ ਸੰਭਾਲ ਲਿਆ ਜਾਵੇ। ਤੇ ਇੱਥੇ ਸਤਿਗੁਰੂ ਪਾਤਸ਼ਾਹ ਉਹੀ ਉਪਦੇਸ਼ ਬਖਸ਼ਿਸ਼ ਕਰਦੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਹ ਸਿਮਰਤ ਗਨਕਾ ਸੀ ਉਦਰੀ, ਤਾਂ ਕੋ ਜਸ ਉੜਤਾਰੋ। ਹੇ ਮਨਾ, ਹੇ ਮਨ ਪਿਆਰੇ, ਪ੍ਰਭ ਕੀ ਸ਼ਰਨ ਵਿਚਾਰੋ। ਵਿਚਾਰੋ ਦਾ ਆਖਰੀ ਅਰਥ ਹੈ ਵੀ ਕਦੇ ਉਹਦਾ ਧਿਆਨ ਵੀ ਧਰਿਆ ਕਰ। ਪ੍ਰਭ ਦੀ ਸ਼ਰਨ ਦੇ ਵਿੱਚ ਜਾ, ਆਪਣੇ ਆਪ ਨੂੰ ਸਮਰਪਿਤ ਕਰ ਪ੍ਰਭੂ ਦੇ ਚਰਨਾਂ ਦੇ ਵਿੱਚ। ਤੇ ਕਦੇ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਵਿਚਾਰ ਵੀ ਕਰ, ਕਦੇ ਉਹਦਾ ਗੁਣਗਾਨ ਵੀ ਕਰ। ਹੁਣ ਮਾਫ਼ ਕਰਨਾ ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨਾ, ਸਤਿਗੁਰੂ ਪਾਤਸ਼ਾਹ ਜੀ ਜਿਸ ਵੇਲੇ ਉਹਨਾਂ ਦੀ ਪਾਵਨ ਪਵਿੱਤਰ ਬਾਣੀ ਪੜ੍ਹਦੇ ਹਾਂ, ਉਹਨਾਂ ਦੀ ਬਾਣੀ ਦੇ ਵਿੱਚੋਂ ਜਿਹੜੇ ਝਲਕਾਰੇ ਪੈਂਦੇ ਨੇ ਨਾ, ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਯੂਪੀ ਦੇ, ਅਸਾਮ ਦੇ ਪ੍ਰਾਂਤਾਂ ਦੇ ਵਿੱਚ, ਬਿਹਾਰ ਦੇ ਪ੍ਰਾਂਤਾਂ ਦੇ ਵਿੱਚ, ਯੂਪੀ ਦੇ ਵੱਖ-ਵੱਖ ਵੱਡੇ ਉਹਨਾਂ ਤੀਰਥ ਅਸਥਾਨਾਂ ਉੱਤੇ ਭ੍ਰਮਣ ਕੀਤਾ, ਜਿਨ੍ਹਾਂ ਦੇ ਵਿੱਚੋਂ ਮੁੱਖ ਇਲਾਹਾਬਾਦ, ਪ੍ਰਯਾਗ, ਤ੍ਰਿਵੇਣੀ, ਇਸ ਪਾਸੇ ਸਤਿਗੁਰੂ ਪਾਤਸ਼ਾਹ ਗਏ, ਮਥੁਰਾ, ਬਨਾਰਸ ਇਤਿਆਦ, ਜਾਂ ਅਸਾਮ ਦੇ ਇਲਾਕਿਆਂ ਵਿੱਚ ਗਏ। ਤੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਦਾਂ ਦਾ ਵਰਤਾਰਾ ਸੀ, ਜਿੱਦਾਂ ਦਾ ਮਾਹੌਲ ਸੀ, ਜਿਸ ਤਰ੍ਹਾਂ ਦੇ ਲੋਕ ਸਨ, ਉਹ ਜ਼ਿਆਦਾ ਹਿੰਦੀ ਭਾਸ਼ਾ ਦੇਵਨਾਗਰੀ ਨੂੰ ਜ਼ਿਆਦਾ ਬੋਲਦੇ ਸਨ, ਬੋਲ ਚਾਲਦੀਆਂ ਬੋਲੀਆਂ ਸਨ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ, ਕਿਉਂਕਿ ਗਿਆਨ ਇੱਕ ਇੱਦਾਂ ਦਾ ਸੋਮਾ ਹੈ, ਗਿਆਨ ਨੂੰ ਸਿਖਾਲੇ ਤਰੀਕੇ ਦੇ ਨਾਲ ਦੂਸਰੇ ਤੱਕ ਪਹੁੰਚਾਉਣਾ ਹੁੰਦਾ ਹੈ। ਤੇ ਉਹਦੇ ਵਾਸਤੇ ਸਿਖਾਲੇ ਸਾਧਨ ਲੱਭਣੇ ਪੈਂਦੇ ਨੇ ਵੀ ਜਿਹੜੀ ਭਾਸ਼ਾ ਇਹਨਾਂ ਨੂੰ ਆਉਂਦੀ ਹੈ ਉਸੇ ਭਾਸ਼ਾ ਵਿੱਚ ਇਹਨਾਂ ਨੂੰ ਸਮਝਾਇਆ ਜਾਵੇ। ਜਿੱਦਾਂ ਦੀਆਂ ਉਦਾਹਰਨਾਂ ਇਹ ਸਮਝ ਸਕਦੇ ਨੇ, ਉਹੋ ਜਿਹੀਆਂ ਉਦਾਹਰਨਾਂ ਦਿੱਤੀਆਂ ਜਾਣ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਹੁਤਾਤ ਰੂਪ ਦੇ ਵਿੱਚ ਦੇਵਨਾਗਰੀ ਸ਼ਬਦਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆ ਰਹੀਆਂ ਜਿਹੜੀਆਂ ਉਦਾਹਰਨਾਂ ਸਨ, ਜਿਹੜੀਆਂ ਸਾਖੀਆਂ ਉਹ ਸੁਣਦੇ ਸਨ ਲੋਕ, ਉਹਨਾਂ ਦੇ ਰਾਹੀਂ ਸਮਝਾਉਣ ਦਾ ਯਤਨ ਕੀਤਾ। ਤੇ ਸਤਿਗੁਰੂ ਪਾਤਸ਼ਾਹ ਪਹਿਲਾਂ ਬਚਨ ਕਰਦੇ ਵੀ ਹੇ ਮਨਾ, ਤੂੰ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾ, ਉਹਦੀ ਸਿਫਤ ਸਲਾਹ, ਉਹਦੀ ਵਡਿਆਈ ਕਰਿਆ ਕਰ।
ਤੇ ਅੱਗੇ ਸਤਿਗੁਰੂ ਪਾਤਸ਼ਾਹ ਜਿੱਥੇ ਬਚਨ ਕਰਦੇ ਨੇ ਨਾ, ਜਿਹ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰਤਾਰੋ। ਉਹਨਾਂ ਮਨੁੱਖਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਸਾਡਾ ਉਧਾਰ ਕਿੱਥੇ ਹੋ ਸਕਦਾ, ਅਸੀਂ ਕਿੱਥੇ ਤਰ ਸਕਦੇ ਹਾਂ, ਅਸੀਂ ਤੇ ਪਾਪੀ ਲੋਕ ਹਾਂ। ਤੇ ਪਾਤਸ਼ਾਹ ਨਾ ਉਹਨਾਂ ਨੂੰ ਉਹਨਾਂ ਦੀ ਬੋਲੀ ਵਿੱਚ ਸਮਝਾਉਂਦੇ। ਗੁਰਦੇਵ ਸਤਿਗੁਰੂ ਕਹਿੰਦੇ ਗਨਕਾ ਦਾ ਨਾਮ ਤੇ ਸੁਣਿਆ ਹੋਵੇਗਾ ਨਾ ਤੁਸੀਂ? ਕਹਿੰਦੇ ਹਾਂ ਜੀ ਸੁਣਿਆ, ਆਪਣੇ ਵੱਡੇ ਵਡੇਰਿਆਂ ਦੇ ਕੋਲੋਂ, ਬਜ਼ੁਰਗਾਂ ਦੇ ਕੋਲੇ ਗਨਕਾ ਦਾ ਤੇ ਨਾਮ ਬੜਾ ਸੁਣਿਆ ਸੀ, ਉਹਦਾ ਤੇ ਉਧਾਰ ਹੋ ਗਿਆ ਸੀ। ਪਾਤਸ਼ਾਹ ਕਹਿੰਦੇ ਗਨਕਾ ਇੱਕ ਵੈਸ਼ਿਆ ਇਸਤਰੀ ਸੀ, ਉਹਦਾ ਆਚਰਣ, ਉਹਦਾ ਚਰਿੱਤਰ ਕੋਈ ਚੰਗਾ ਨਹੀਂ ਸੀ, ਉਹਦਾ ਉਧਾਰ ਹੋ ਗਿਆ ਨਾ। ਵੇਖੋ ਉਹਦੇ ਕਰਮ ਕਿੰਨਾ ਦੇ ਸਨ, ਬੜੇ ਮਾੜੇ ਕਰਮ, ਬੜੇ ਮਾੜੇ ਕਰਮ ਉਹਨੇ ਕਮਾਏ। ਹੁਣ ਇਹ ਇਸਤਰੀਆਂ ਨੂੰ ਸਮਝਾ ਰਹੇ ਨੇ ਵੀ ਇਸਤਰੀਆਂ ਨੂੰ ਇਸ ਤਰ੍ਹਾਂ ਲੱਗਦਾ ਵੀ ਸ਼ਾਇਦ ਅਸੀਂ ਤੇ ਤਰ ਹੀ ਨਹੀਂ ਸਕਦੀਆਂ, ਸਾਡੀ ਤੇ ਮੁਕਤੀ ਨਹੀਂ ਹੋ ਸਕਦੀ, ਅਸੀਂ ਤੇ ਘਰ ਦੀ ਚਾਰ ਦੀਵਾਰੀ ਵਿੱਚ ਇੱਥੇ ਜੰਮ ਕੇ ਤੇ ਇੱਥੇ ਮਰ ਜਾਣਾ। ਕਿਉਂਕਿ ਉਹਨਾਂ ਧਰਮ ਦੇ ਪੈਰੋਕਾਰਾਂ ਨੇ ਇਸ ਤਰ੍ਹਾਂ ਦਾ ਵਰਤਾਰਾ ਬਣਾਇਆ ਸੀ ਨਾ ਵੀ ਇਸਤਰੀ ਨੂੰ ਤੇ ਧਰਮ ਪ੍ਰਵੇਸ਼ ਕਰਨ ਦੀ ਆਗਿਆ ਕੋਈ ਨਹੀਂ। ਤੇ ਸਤਿਗੁਰੂ ਪਾਤਸ਼ਾਹ ਇੱਥੇ ਇਸਤਰੀਆਂ ਨੂੰ ਸੰਬੋਧਨ ਹੋ ਕੇ ਸਮਝਾਉਣ ਦਾ ਯਤਨ ਕਰਦੇ। ਪਾਤਸ਼ਾਹ ਕਹਿੰਦੇ ਵੀ ਤੁਸੀਂ ਦੱਸੋ ਵੀ ਗਨਕਾ ਦਾ ਉਧਾਰ ਹੋਇਆ ਨਾ, ਕਿਸ ਤਰ੍ਹਾਂ ਕਰਕੇ ਹੋਇਆ? ਉਹ ਇੱਕ ਵੈਸ਼ਿਆ ਇਸਤਰੀ ਸੀ, ਕਿਸੇ ਸਾਧੂ ਦੇ ਨਾਲ ਉਹਦਾ ਮਿਲਾਪ ਹੋਇਆ ਤੇ ਸਾਧੂ ਨੇ ਰਹਿਮ ਕਰਕੇ ਉਹਨੂੰ ਇੱਕ ਤੋਤਾ ਦੇ ਦਿੱਤਾ। ਉਹ ਤੋਤਾ ਰੋਜ਼ਾਨਾ ਰਾਮ 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 ਰਟਨ ਕਰਿਆ ਕਰਦਾ ਸੀ, ਜਿਹਦੇ ਪਿੱਛੇ ਲੱਗ ਕੇ ਉਹਨੇ ਵੀ ਰਾਮ ਰਾਮ ਰਟਨ ਕਰਨਾ ਸ਼ੁਰੂ ਕਰ ਦਿੱਤਾ। ਰਟਦਿਆਂ ਰਟਦਿਆਂ ਉਸ ਰਾਮ ਨੂੰ ਜਿਹੜਾ ਹੈ ਆਪਣੇ ਅੰਦਰ ਲੱਭਿਆ, ਸਾਰੇ ਬ੍ਰਹਮੰਡ ਸਾਰੀ ਕਾਇਨਾਤ ਵਿੱਚ ਉਸੇ ਰਾਮ ਨੂੰ ਲੱਭਿਆ। ਇਹ ਰਾਮ ਕਿਹੜਾ ਸੀ? ਜਿਹੜਾ ਹਰ ਥਾਂ ਦੇ ਉੱਤੇ ਸਮਾਇਆ ਹੋਇਆ ਹੈ, ਉਹ ਪਰਮਾਤਮਾ ਦੀ ਜੋਤ, ਰਮਿਆ ਹੋਇਆ ਰਾਮ। ਇੱਥੇ ਕਿਸੇ ਰਾਜੇ ਰਾਮ ਦੀ ਗੱਲ ਨਹੀਂ ਕੀਤੀ ਗਈ, ਰਮੇ ਹੋਏ ਰਾਮ ਦੀ ਗੱਲ ਕੀਤੀ ਗਈ ਹੈ ਵੀ ਉਹ ਸਮਾਇਆ ਹੋਇਆ ਹਰ ਥਾਂ ਦੇ ਉੱਤੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਰਾਮ ਰਾਮ ਰਟਦੀ ਉਸ ਤੋਤੇ ਦੇ ਪਿੱਛੇ ਲੱਗ ਕੇ ਇੱਕ ਦਿਨ ਉਹਦਾ ਵੀ ਉਧਾਰ ਹੋ ਗਿਆ, ਉਹਦੀ ਵੀ ਮੁਕਤੀ ਹੋ ਗਈ। ਉਹ ਆਪਵਿੱਤਰ ਇਸਤਰੀ ਸੀ ਤੇ ਉਹ ਇੱਕ ਪਵਿੱਤਰ ਇਸਤਰੀ ਬਣ ਗਈ। ਉਹਦਾ ਆਚਰਣ ਕਿੰਨਾ ਉੱਚਾ ਹੋ ਗਿਆ, ਪੂਜਣ ਯੋਗ ਬਣ ਗਈ। ਤੁਸੀਂ ਇਸੇ ਕਰਕੇ ਤੇ ਉਹਦੀਆਂ ਉਦਾਹਰਨਾਂ ਪੜ੍ਹਦੇ ਹੋ। ਤੇ ਪਾਤਸ਼ਾਹ ਨੂੰ ਸਮਝਾਉਣ ਦਾ ਯਤਨ ਕਰਦੇ ਵੀ ਜੇਕਰ ਗਨਕਾ ਦਾ ਉਧਾਰ ਹੋ ਸਕਦਾ ਹੈ ਤੇ ਤੁਹਾਡਾ ਕਿਉਂ ਨਹੀਂ ਹੋ ਸਕਦਾ? ਇੱਕ ਪਾਪਣ, ਇੱਕ ਵੈਸ਼ਿਆ ਇਸਤਰੀ ਦਾ ਉਧਾਰ ਹੋ ਸਕਦਾ ਹੈ ਤੇ ਤੁਹਾਡਾ ਕਿਉਂ ਨਹੀਂ ਹੋ ਸਕਦਾ? ਜਿੱਥੇ ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਜਿੱਥੇ ਗੁਰਦੇਵ ਸਤਿਗੁਰੂ ਸਾਨੂੰ ਇਹ ਸਮਝਾਉਣ ਦਾ ਯਤਨ ਕਰਦੇ ਨੇ ਗੁਰਬਾਣੀ ਦੇ ਵਿੱਚ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ, ਗਨਕਾ ਹੂੰ ਗਤ ਪਾਈ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ। ਗੁਰਦੇਵ ਸਤਿਗੁਰੂ ਇਹਨਾਂ ਇਹ ਵੱਖ-ਵੱਖ ਉਦਾਹਰਨਾਂ ਲੈ ਕੇ ਇਹਦੇ ਵਿੱਚ ਸਮਝਾਉਣ ਦਾ ਯਤਨ ਕਰਦੇ। ਜਿੱਥੇ ਗਨਕਾ ਦੀ ਗੱਲ ਕੀਤੀ, ਅਜਾਮਲ ਦੀ ਗੱਲ ਕੀਤੀ ਵੀ ਅਜਾਮਲ ਉਹ ਬ੍ਰਾਹਮਣ ਮਨੁੱਖ ਸੀ, ਪਰ ਉਹਦੇ ਕਰਮ ਕੀ ਸਨ? ਉਹਨੇ ਕਿਸੇ ਵੈਸ਼ਿਆ ਦੇ ਨਾਲ ਵਿਆਹ ਕਰਾ ਲਿਆ, ਉਹਨੇ ਪਾਪ ਕਮਾਉਣੇ ਸ਼ੁਰੂ ਕਰ ਦਿੱਤੇ, ਕੁਕਰਮੀ ਇਨਸਾਨ ਬਣ ਗਿਆ। ਪਰ ਪਾਤਸ਼ਾਹ ਕਹਿੰਦੇ ਕਦੇ ਸਾਧੂਆਂ ਨਾਲ ਉਹਦਾ ਵੀ ਮਿਲਾਪ ਹੋਇਆ ਤੇ ਉਹਨਾਂ ਕਿਹਾ ਨਾਰਾਇਣ ਨਾਰਾਇਣ ਜਪਿਆ ਕਰ। ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖ ਦਿੱਤਾ ਵੀ ਜਿਹਦੇ ਤੋਂ ਉਹਨੂੰ ਪਰਮਾਤਮਾ ਦਾ ਨਾਮ ਨਾਰਾਇਣ ਚੇਤੇ ਆਉਂਦਾ ਰਹੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਨਾਰਾਇਣ ਜਪਦਿਆਂ ਜਪਦਿਆਂ ਅਸਲ ਉਸ ਪਦਵੀ ਨੂੰ ਪ੍ਰਾਪਤ ਹੋਇਆ, ਉਹ ਵੀ ਮੁਕਤ ਹੋ ਗਿਆ। ਇਹ ਉਦਾਹਰਨਾਂ ਮਾਫ਼ ਕਰਨਾ ਸਾਧ ਸੰਗਤ ਜੀ ਉਹਨਾਂ ਲੋਕਾਂ ਦੀਆਂ ਸਨ ਜਿਹੜੀਆਂ ਉਹਨਾਂ ਨੇ ਸੁਣੀਆਂ, ਉਹਨਾਂ ਦੇ ਬਜ਼ੁਰਗ ਸੁਣਾਇਆ ਕਰਦੇ ਸਨ। ਤੇ ਪਾਤਸ਼ਾਹ ਕਹਿੰਦੇ ਜੇਕਰ ਪਾਪੀ ਅਜਾਮਲ ਤਰਿਆ ਜਾ ਸਕਦਾ ਹੈ ਸੰਸਾਰ ਵਿੱਚ ਤੇ ਤੁਹਾਡਾ ਉਧਾਰ ਕਿਉਂ ਨਹੀਂ ਹੋ ਸਕਦਾ? ਤੁਸੀਂ ਕਿਉਂ ਨਹੀਂ ਮੁਕਤ ਹੋ ਸਕਦੇ? ਤੁਹਾਡਾ ਉਧਾਰ ਕਿਉਂ ਨਹੀਂ ਹੋ ਸਕਦਾ? ਹਰ ਕੋ ਨਾਮ ਸਦਾ ਸੁਖਦਾਈ, ਵੀ ਜੇਕਰ ਸੁੱਖ ਲੱਭਦੇ ਹੋ ਨਾ ਆਪਣੀ ਜ਼ਿੰਦਗੀ ਵਿੱਚ, ਵੀ ਸੁੱਖਾਂ ਦੀ ਪ੍ਰਾਪਤੀ ਹੋਵੇ, ਤੇ ਪਾਤਸ਼ਾਹ ਕਹਿੰਦੇ ਉਹ ਹਰੀ ਦਾ ਨਾਮ ਹੀ ਹੈ ਜਿਹੜਾ ਸਾਨੂੰ ਸੁੱਖ ਦੇ ਸਕਦਾ ਹੈ। ਅਸਲ ਸੁੱਖਾਂ ਦੀ ਪ੍ਰਾਪਤੀ ਉੱਥੋਂ ਹੋ ਸਕਦੀ ਹੈ। ਜਿਹੜਾ ਸਾਡਾ ਮਨ ਅਸਥਿਰ ਹੈ, ਚੰਚਲ ਬਿਰਤੀ ਹੈ, ਟਿਕਾ ਦੇ ਵਿੱਚ ਨਹੀਂ ਰਹਿੰਦਾ, ਪਾਤਸ਼ਾਹ ਕਹਿੰਦੇ ਨੇ ਸਾਰੇ ਸੁੱਖ ਜਿਹੜੇ ਨੇ ਨਾ ਉਸ ਪਰਮਾਤਮਾ ਦੀ ਬੰਦਗੀ ਕੀਤਿਆਂ ਹੀ ਪ੍ਰਾਪਤ ਹੋਣਗੇ।
ਤੇ ਗੁਰਦੇਵ ਸਤਿਗੁਰੂ ਇੱਥੇ ਇਹ ਉਦਾਹਰਣ ਦੇ ਨਾਲ ਸਾਨੂੰ ਸਿੱਖਿਆ ਦੇਣ ਦਾ ਯਤਨ ਕਰਦੇ ਵੀ ਜੇਕਰ ਉਹਦੇ ਸਿਮਰਨ ਦੇ ਨਾਲ ਜਿਹ ਸਿਮਰਤ ਗਨਕਾ ਸੀ ਉਤਰੀ ਤਾਂ ਕੋ ਜਸ ਉਰ ਧਾਰੋ, ਤੂੰ ਉਹਦਾ ਜਸ ਆਪਣੇ ਹਿਰਦੇ ਵਿੱਚ ਕਿਉਂ ਧਾਰਨ ਨਹੀਂ ਕਰਦਾ, ਉਹਦੀ ਵਡਿਆਈ ਤੂੰ ਕਿਉਂ ਨਹੀਂ ਕਰਦਾ। ਜੇਕਰ ਗਨਕਾ ਦਾ ਉਧਾਰ ਹੋਇਆ ਤੇ ਤੁਹਾਡਾ ਵੀ ਹੋ ਸਕਦਾ ਹੈ। ਅਟਲ ਪਇਓ ਤਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ। ਇਹਦੇ ਪਾਤਸ਼ਾਹ ਕਹਿੰਦੇ ਧਰੂ ਦੀ ਗੱਲ ਕਰਦੇ ਨੇ। ਹੁਣ ਇਹ ਸਿੱਖਿਆ ਦਿੱਤੀ ਬੱਚਿਆਂ ਵਾਸਤੇ ਜਿਨ੍ਹਾਂ ਦੀਆਂ ਉਮਰਾਂ ਬੜੀਆਂ ਛੋਟੀਆਂ ਨੇ, ਸ਼ਾਇਦ ਉਹਨਾਂ ਨੂੰ ਲੱਗਦਾ ਵੀ ਹੱਲੇ ਸਾਡੇ ਖੇਲਣ ਦੇ ਦਿਨ ਨੇ, ਹੱਲੇ ਤੇ ਬੰਦਗੀ ਕਰਨ ਦਾ ਸਾਡਾ ਸਮਾਂ ਨਹੀਂ, ਖੇਲਣ ਦੇ ਦਿਨ ਨੇ, ਜਵਾਨ ਹੋਵਾਂਗੇ, ਵਿਆਹ ਸ਼ਾਦੀ ਕਰਾਂਗੇ, ਨੌਕਰੀ ਕਮਾਈ ਕਰਨ ਦੇ, ਬੁਢਾਪੇ ਦੇ ਵਿੱਚ ਫਿਰ ਰਾਮ ਰਾਮ ਕਦੇ ਜਪਿਆ ਕਰਾਂਗੇ, ਫਿਰ ਕਦੇ ਸਮਾਂ ਆਵੇਗਾ, ਹੱਲੇ ਤੇ ਸਮਾਂ ਨਹੀਂ। ਪਰ ਪਾਤਸ਼ਾਹ ਕਹਿੰਦੇ ਸਮਾਂ ਰਹਿੰਦਿਆਂ ਵੇਲਾ ਸੰਭਾਲ ਲੈਣਾ ਚਾਹੀਦਾ ਹੈ। ਤੁਸੀਂ ਤੇ ਹੱਲੇ ਖੇਡਣ ਦੇ ਰੁੱਝੇ ਹੋਏ ਹੋ, ਖੇਡਣ ਦੇ ਵਿੱਚ ਚਿੱਤ ਪਰਚਾਉਣ ਦੇ ਵਿੱਚ ਲੱਗੇ ਹੋਏ ਹੋ। ਹਲੇ ਮਾਵਾਂ ਵੀ ਕਹਿੰਦੀਆਂ ਸਾਡੇ ਬੱਚੇ ਹਲੇ ਬੜੇ ਛੋਟੇ, ਨੂੰ ਕੀ ਪਤਾ ਹੈ। ਤੇ ਸਤਿਗੁਰ ਪਾਤਸ਼ਾਹ ਉਦਾਹਰਣ ਦੇਖੋ ਫਿਰ ਦਿੰਦੇ ਨੇ, ਜਿੱਥੇ ਸਤਿਗੁਰ ਪਾਤਸ਼ਾਹ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਤਰੂ ਪ੍ਰਲਾ ਜਪਿਓ ਹਰ ਜੈਸੇ। ਤੇ ਪਾਤਸ਼ਾਹ ਕਹਿੰਦੇ ਉਹ ਧਰੂ ਦਾ ਨਾਂ ਸੁਣਿਆ ਤੁਸੀਂ, ਬੜਾ ਛੋਟਾ ਜਿਹਾ ਬੱਚਾ ਸੀ। ਤੇ ਪਾਤਸ਼ਾਹ ਗੁਰਬਾਣੀ ਵਿੱਚ ਬਚਨ ਕਰਦੇ ਨੇ 5 ਬਰਸ ਕੋ ਅਨਾਥ ਧਰੂ ਬਾਰਕ, ਵੀ 5 ਸਾਲ ਦੀ ਉਮਰ ਸੀ ਉਹਦੀ। ਤੇ ਸਾਡੇ ਘਰਾਂ ਵਿੱਚ 5 ਸਾਲ ਦੇ ਬੱਚੇ ਹੋਣਗੇ, ਉਹਨਾਂ ਨੂੰ ਧਰਮ ਦੇ ਬਾਰੇ ਕੁਛ ਸੋਝੀ ਵੀ ਨਹੀਂ ਹੁੰਦੀ, ਪਤਾ ਨਹੀਂ ਹੁੰਦਾ, ਹਲੇ ਉਹ ਖੇਡਣ ਦੇ ਵਿੱਚ ਹੀ ਲੱਗੇ ਹੁੰਦੇ ਆ। ਪਾਤਸ਼ਾਹ ਕਹਿੰਦੇ 5 ਸਾਲ ਦੀ ਉਮਰ ਸੀ ਤੇ ਕਿੱਦਾਂ ਉਹਦਾ ਉਦਾਰ ਹੋਇਆ, ਅਟਲ ਪਦਵੀ ਨੂੰ ਕਿੱਦਾਂ ਪ੍ਰਾਪਤ ਹੋਇਆ। ਉਹਦੀ ਸਾਖੀ ਸੁਣੀਏ, ਇਤਿਹਾਸ ਸੁਣਿਆ, ਉਹਦਾ ਕੀ ਵਾਪਰਿਆ ਉਹਦੇ ਨਾਲ। ਕਹਿੰਦੇ ਜੀ ਉਹਦਾ ਪਿਤਾ ਇੱਕ ਰਾਜਾ ਸੀ, ਉਹਦੇ ਪਿਤਾ ਨੇ 2 ਵਿਆਹ ਕਰਾਏ ਸਨ, 2 ਰਾਣੀਆਂ ਤੇ 2 ਪੁੱਤਰ ਸਨ, ਇੱਕ ਮਤਰੇਈ ਮਾਂ ਸੀ। ਇੱਕ ਦਿਨ ਕੀ ਹੋਇਆ, ਰਾਜ ਦਰਬਾਰ ਲੱਗਿਆ ਹੋਇਆ ਸੀ, ਰਾਜ ਸਿੰਘਾਸਨ ਦੇ ਉੱਤੇ ਪਿਤਾ ਬੈਠਾ ਤੇ ਧਰੂ ਦੇ ਮਨ ਦੇ ਵਿੱਚ ਖਿਆਲ ਆਇਆ ਤੇ ਜਾ ਕੇ ਆਪਣੇ ਪਿਤਾ ਦੀ ਗੋਦੀ ਦੇ ਵਿੱਚ ਰਾਜ ਸਿੰਘਾਸਨ ਤੇ ਬੈਠ ਗਿਆ। ਜਿਹੜੀ ਮਤਰੇਈ ਮਾਰ ਸੀ ਨਾ, ਉਹਨੇ ਬਾਂਹ ਤੋਂ ਫੜ ਕੇ ਖਿੱਚ ਕੇ ਤੇ ਦੂਰ ਖੜਾ ਕਰ ਦਿੱਤਾ ਤੇ ਕਿਹਾ ਤੂੰ ਇਸ ਸਿੰਘਾਸਨ ਦੇ ਉੱਤੇ ਬੈਠਣ ਦਾ ਹੱਕਦਾਰ ਨਹੀਂ, ਇਸ ਸਿੰਘਾਸਨ ਦੇ ਉੱਤੇ ਮੇਰਾ ਪੁੱਤਰ ਉੱਤਮ ਬੈਠੇਗਾ। ਜੇਕਰ ਤੂੰ ਚਾਹੁੰਦਾ ਨਾ ਵੀ ਤੂੰ ਵੀ ਇਹਦੇ ਉੱਤੇ ਬੈਠੇ, ਜਾ ਕੇ ਕਿਤੇ ਰਾਜ ਤਪ ਕਰ, ਬੜੇ ਤਕੜੇ ਤਪ ਕਰਨੇ ਪੈਂਦੇ ਨੇ, ਬੰਦਗੀ ਕਰਨੀ ਪੈਂਦੀ ਜੁਗਾਂ ਜੁਗਾਂ ਦੀ, ਜਾ ਕੇ ਪਹਿਲਾਂ ਕਿਤੇ ਬੰਦਗੀ ਕਰਕੇ ਆ, ਮੇਰੇ ਉਧਰ ਤੋਂ ਜਨਮ ਲਵੇਂਗਾ ਤੇ ਫਿਰ ਇਹਦੇ ਉੱਤੇ ਬੈਠਣ ਦਾ ਹੱਕਦਾਰ ਹੋਵੇਂਗਾ। ਇਹ ਗੱਲ ਸੁਣੀ ਤੇ ਬੜਾ ਉਦਾਸ ਹੋਇਆ, ਮਾਂ ਦੇ ਕੋਲੇ ਗਿਆ, ਮਾਂ ਨੂੰ ਕਹਿੰਦਾ ਮਾਂ ਜਿਸ ਸਿੰਘਾਸਨ ਦੇ ਉੱਤੇ ਮੇਰਾ ਪਿਤਾ ਬੈਠਾ ਨਾ, ਪਿਤਾ ਦੀ ਗੋਦ ਦੇ ਵਿੱਚ ਮੈਂ ਵੀ ਬੈਠਣਾ, ਮੇਰਾ ਹੱਕ ਹੈ, ਮੇਰਾ ਅਧਿਕਾਰ ਹੈ, ਮੈਨੂੰ ਮੇਰਾ ਹੱਕ ਮਿਲਣਾ ਚਾਹੀਦਾ ਹੈ। ਮਾਂ ਕਿੱਦਾਂ ਮਿਲੇਗਾ, ਤੂੰ ਮੈਨੂੰ ਉਹ ਸਿੰਘਾਸਨ ਤੇ ਬਿਠਾ। ਮਾਂ ਕਹਿੰਦੀ ਪੁੱਤਰਾ ਕਦੇ ਮੈਂ ਰਾਣੀ ਸੀ, ਤੇਰੇ ਪਿਤਾ ਦੀ ਕਦੇ ਮੈਂ ਰਾਣੀ ਸੀ, ਪਰ ਮੈਨੂੰ ਵੀ ਹੁਣ ਰਾਣੀ ਦਾ ਦਰਜਾ ਨਹੀਂ ਮਿਲਿਆ, ਮੈਂ ਤੇ ਦਾਸੀ ਬਣੀ ਪਈ ਹਾਂ ਇਹਨਾਂ ਮਹਿਲਾਂ ਵਿੱਚ। ਪੁੱਤਰਾ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਤੈਨੂੰ ਉਸ ਤਖਤ ਦੇ ਉੱਤੇ ਬਿਠਾ ਸਕੇ। ਜੇਕਰ ਹੈ ਤੇ ਇੱਕੋ ਇੱਕ ਸ਼ਕਤੀ ਹੈ, ਉਹ ਪਰਮਾਤਮਾ, ਉਹਦੀ ਬੰਦਗੀ ਕਰ, ਇੱਕ ਛੱਡ ਹਜ਼ਾਰਾਂ ਤਖਤਾਂ ਦਾ ਮਾਲਕ ਤੂੰ ਬਣ ਜਾਵੇਂਗਾ, ਉਹਦੀ ਬੰਦਗੀ ਕਰ। ਘਰ ਛੱਡ ਕੇ ਕਹਿੰਦੇ ਜੰਗਲਾਂ ਵਿੱਚ ਚਲਾ ਗਿਆ, ਜੰਗਲਾਂ ਵਿੱਚ ਜਾ ਕੇ ਤਪ ਕਰਨਾ ਸ਼ੁਰੂ ਕਰ ਦਿੱਤਾ, ਲੰਮੇਰਾ ਸਮਾਂ ਤਪ ਕੀਤਾ ਤੇ ਅਖੀਰ ਪਰਮਾਤਮਾ ਉਹਦੀ ਤਪੱਸਿਆ, ਉਹਦੀ ਬੰਦਗੀ ਤੋਂ ਖੁਸ਼ ਹੋਇਆ। ਤੇ ਇੱਕ ਦਿਨ ਉਹਨੂੰ ਪੁੱਛਿਆ ਮਿੱਤਰੂ ਕੀ ਚਾਹੀਦਾ ਤੈਨੂੰ, ਮੰਗ, ਕਿਸ ਮਨੋਰਥ ਨਾਲ ਤਪ ਕੀਤਾ। ਉਦੋਂ ਕਿਹਾ ਸਤਿਗੁਰੂ ਪਾਤਸ਼ਾਹ ਮਹਾਰਾਜ ਮੈਨੂੰ ਤੇ ਹੁਣ ਕੁਝ ਵੀ ਨਹੀਂ ਚਾਹੀਦਾ, ਜਿੰਨੀਆਂ ਇੱਛਾਵਾਂ ਸਨ ਖਤਮ ਹੋ ਗਈਆਂ, ਤੇ ਕੀ ਚਾਹੀਦਾ ਹੁਣ ਤੇ ਆਪ ਜੀ ਦੇ ਚਰਨਾਂ ਵਿੱਚ ਨਿਵਾਸ ਚਾਹੀਦਾ ਹੈ। ਤੇ ਉਸ ਵੇਲੇ ਇਹ ਸਨਾਤਨੀ ਉਹ ਗ੍ਰੰਥ ਸੁਣਾਈਆਂ ਕਹਾਵਤਾਂ ਦੇ ਵਿੱਚ ਇਸ ਤਰ੍ਹਾਂ ਕਰਕੇ ਦੱਸਿਆ ਜਾਂਦਾ। ਫਿਰ ਕਹਿੰਦੇ ਵੀ ਉਹਨੂੰ ਪਰਮਾਤਮਾ ਨੇ ਖੁਸ਼ ਹੋ ਕੇ ਕਿਹਾ
भी तू जिस तरह के नाल परमात्मा की बंदगी की है ना, जिन्ना चिर तक ये संसार रहेगा ना, उन्ना चिर तक तू एक अटल पदवी नूं प्राप्त होया इस संसार दे विच रवेगा। कहंदे उन्हों इस संसार दे विच ब्रह्मंड दे विच जिहड़ा है एक तारा बना दिता गया। हुण माफ़ करना साध संगत जी, ये गल्लां किन्नियां कुछ सच ने, इस गल की पुष्टि गुरुदेव सतगुरु ने नहीं की। सिर्फ तो सिर्फ एक उदाहरण, एक सिक्ख्या है भी इस गल तो असीं सिक्ख्या लैनी है, इसकी गहराई दे विच नहीं जाना भी ये गल्लां सच्चियां ने जां नहीं सच्चियां। पातशाह जी ने भी ये गल्लां सिर्फ तो सिर्फ क्यों कीतियां, जिन्हां इलाकिਆਂ दे विच गए उन्हां नूं समझाउण वास्ते उन्हां दीयां उदाहरणां लईआं भी तुसीं सुणीआं होणगीआं। ते सतगुर पातशाह सिर्फ इस इन्हां कहानियां दे राहीं, इन्हां सिक्ख्यावां दे राहीं सानूं उपदेश करना चाह रहे हैं भी जेकर उन्हां दा उद्धार हो सकता है, ध्रुव जेकर अटल पदवी नूं प्राप्त हो सकता तो असीं क्यों नहीं हो सकते। परमात्मा की शरण गया तो सारा कुछ हो सकता है। परमात्मा तो सब कुछ कर सकता है, जल ते थल कर सकता है, नीचों ऊंच कर सकता, उच्चियां नूं नीवें कर सकता है, वो कावां तो हंस बना सकता, बगलियां की बिरती बदल के उन्हों की हंस बिरती कर सकता है, कां दे अंदर कोयल वर्गी मिठास भर सकता है, किसे अन्ने नूं सुजाखा कर सकता है, किसे लंगड़े लूले नूं वो पहाड़ दे उत्ते चढ़ा सकता है, वो सब कुछ कर सकता है, उहदे हथ में सब कुछ है। तो सतगुर पातशाह इत्थे ये समझाउण दा सानू यतन करदे भी अटल भयो तू जाके सिमरन अर निरपै पद पाया, दुख हरता ए बिद को स्वामी तै काहे बिसराया। दुख हरता ए बिद को स्वामी, परमात्मा ना इन्हां विधियां दे नाल, इन्हां तरीकियां दे नाल साडे दुख दूर करदा है। तै काहे बिसराया, हे भले पुरुषो, हे भले लोको, तुसी क्यों उन्होंने विसारिया होया, क्यों भुल गए परमात्मा नूं, इदां दे गुरु नूं तुसी क्यों भुल गए। वो तो साडे पैर पैर दे उत्ते साडे दुख दूर करदा फिरदा है, तुसी उस परमात्मा नूं भुला दिता। जब ही शरण गही कृपा निध गज गराते छूटा। पातशाह कहंदे जब ही शरण गही कृपा निध, जदों कहंदे भी वो उस कृपा निध परमात्मा की शरण दे विच गया ना, तो कहंदे गज गराह ते छूटा। गज हाथी, हाथी कहंदे बंधना तो मुक्त हो गया। हुण ये भी सतगुरु पातशाह कहंदे भी हाथी की कहावत सुनी या कहानी सुनी होगी, बचपन में सुनिया करते सी। कहंदे दसो हाथी किद्दां मुक्त होया। फिर उन्हें कहानी सुनाई, कहंदे भी हाथी एक दिन ना दरिया दे विच समुंदर कंढे पानी पीण वास्ते गया। जदों पानी विच प्रवेश किया, थोड़ा डूंघाई विच गया तो पानी दे अंदर बेअंत जीव रहिंदे ने, ते उहदे विचों एक मुछां वाला जानवर सी, जिहनूं सतगुर पातशाह गज गराह कहंदे ने। कहंदे भी वो हाथी जिहड़ा सी पानी दे विच जिस वेले गया तो उहदे विच एक मुछां वाला जानवर, आम असी जिस वेले पढ़ते हैं ना, उसका नाम क्या जाता ऑक्टोपस। वो पानी दे विच हुंदा, लंबियां लंबियां उहदियां मुछां हुंदियां ने, ते जिन्हों आम गुरबाणी में तंदुआ भी कहा गया है। तो कहते भी वो हाथी जो जिस वेले पानी च गहराई में गया ना, तो उस तंदुए ने जिहड़ा है उहदियां लत्तां नूं जकड़ लिया, हौली हौली उन्होंने गहराई दे विच पानी में खिंचना शुरू कर दिता। तो कहते हाथी तो पानी में डुबना शुरू हो गया, सिर्फ तो सिर्फ उहदी सूंड जिहड़ी है वो बाहर रह गई। तो कहते जदों देखो हाथी का शरीर कितना तकड़ा, बड़ा बलशाली शरीर है, पर जिस वेले उहदे शरीर का बल खत्म हो गया, एडा तकड़ा हाथी शरीर का बल खत्म हो गया, ताकत खत्म हो गई, कोई समर्था ना रही, तो फिर परमात्मा नूं याद किया भी तू ही बचा। असी 9वें महले के श्लोक जिस वेले पढ़ते, सतगुरु पातशाह श्लोकां भी बचन करते हैं, बल छुट के बंधन परै कछु ना होत उपाए,
जिथे श्लोकां विच पढ़दे ना सी भी बल छुटके बंधन परै कछु ना होत उपाय, कहो नानक अब ओट हर गज जूं हो सहाय। भी सतगुर पातशाह जिद्दां उस हाथी की रखिया कीती सी, जिद्दां हाथी नूं बंधना तो मुक्त कीता सी, उस तंदूए तो छुड़ाया सी, भी तुहाडी ओट सिर्फ ते सिर्फ तुहाडी ओट परमात्मा दी ओट। ते सतगुर पातशाह कहते गज को त्रास मिटियो, भी इस तरह के नाल उस गज का जिहड़ा त्रास सी ना वो मिट गया, वो मुक्त हो गया। सतगुर पातशाह ये भी उन्होंने समझा रहे ने, कहते तुसी कौन हो? कहते जी असी मनुख हाँ। ते पातशाह कहते बंधना तो मुक्त कौन होया? हाथी। कहते मनुख जिहड़ा है हाथी नालों उत्तम है कि नीच है? कहते जी उत्तम आ। ते पातशाह कहते जे हाथी नालों चंगे हो ना, परमात्मा उस जानवर हाथी दी सुन सकदा ते तुहाडी क्यों नहीं सुन सकदा? तुहाडी ते पहला सुनेगा। सिर्फ ते सिर्फ भेद की है, देरी किस गल दी? असी परमात्मा नूं याद ही नहीं करते, कदे उहनूं अपनी जिंदगी का आसरा मानते नहीं। आसरे ते होर होर चीज़ां दे उत्ते हत्थां दे उत्ते काले धागे बन्ने ने, मौलियां बन्नियां, मोढियां दे उत्ते तवीत पाए ने, गलां विच तवीत पाए ने। सानू इस तरह लगता भी शायद साडियां मुश्किलां दा हल इन्हां नाल होवेगा, इन्हां चीज़ां दे नाल साडी रखिया होवेगी, ते साडा जिहड़ा विश्वास है उन्हां चीज़ां दे उत्ते टिकिया होया है। पातशाह कहंदे इन्हां चीज़ां तो ना अपना विश्वास चुक ते एक परमात्मा दी शरण दे विच आ। सगल द्वार को छड्ड के गहियों तुहारो द्वार, सिर्फ परमात्मा की शरण दे विच उहदे द्वार दे विच जा। ते गुरुदेव सतगुरु इत्थे समझाउण दा सानू ये यतन करदे ने, कहंदे जब ही शरण गही कृपा निध गज गरा ते छूटा, महिमा नाम कहा लो बरनो राम कहत बंधन तह टूटा। महिमा नाम कहाँ नो बरनो, परमात्मा दे नाम की वड्याई कित्थे तक बयान की जावे? परमात्मा दे नाम की वड्याई कोई छोटी मोटी थोड़ी है, बेअंत है, अथाह है, कोई हद बन्ना नहीं, बयान की नहीं जा सकती। सतगुरु पातशाह कहते ने भी जेकर कोई मनुख ये बाबत शब्द परमात्मा ने जो कुछ संसार में पैदा किया ना, जो कुछ भी दिख रहा है, पातशाह कहते जेकर ये बाबत कोई शब्द वरते ना असंख, तो पातशाह कहते असंख कह सिर भार होए। असंख भी नहीं कहना, असंख क्या भी पाप लगेगा, भार चढ़ेगा सिर के उत्ते, असंख भी नहीं, कोई हद बन्ना है ही नहीं। उहदे गुणां नूं कित्थे बयान किया जा सकता है? राम कहत बंधन तह टूटा, बंधना तो बंद खलासी किद्दां होवेगी? राम कहण दे नाल। हाथी नूं बंधन पै गए सन, परमात्मा का ध्यान तरिया, उहदा नाम लिया तो बंधना तो मुक्त हो गया। तो पातशाह कहते राम कहत बंधन तह टूटा, राम कहण दे नाल बंधना तो मुक्त होवांगे। अजामल पापी जग जाने निमख माह निस्तारा। अजामल पापी सी, पापी मनुख सी, सारा जग जहान जानदा, तुसी सारे लोग जानते हो अजामल नूं, ते किद्दां उहदा निमख माए निस्तारा, सकिंट मात्र दे विच उहदा परमात्मा ने उधार कर दिता, निस्तारा कर दिता। एक पापी मनुख सारी उम्र पाप कमाउंदा रहा, ते उन्हें की कीता? परमात्मा की बंदगी शुरू कर दी, पाप त्याग के बंदगी शुरू की, ते बंदगी कीतियां की होया? मुक्त हो गया। ते पातशाह कहते तुसी सारी उम्र पाप ही करी जाने ने, तुसी भी मुक्त हो सकते हो। ये ढेरी ढा के ना बैठो संसार विच भी असी तो मुक्त हो ही नहीं सकते। हुण माफ़ करना साध संगत जी, सानू इस तरह लगता हुंदा है भी साहिबजादे वो तो गुरु साहब के पुत्र सन, तत्ती तवी ते बैठे वो तो गुरु अर्जन देव पातशाह सन, हाथी दे नाल लड़िया भाई बचित्र सिंह, उन्होंने तो गुरु गोबिंद सिंह जी महाराज ने थापना दिता सी। असी ते आम पापी मनुख हां, साडा की हो सकता है? सारियां दा उद्धार हो सकता है। पातशाह इहो समझाउण दा यतन करदे भी जेकर वो पापी अजामल मुक्त हो सकता, गनका मुक्त हो सकती है,
ਧਰੂ ਨੂੰ ਜਿਹੜੀ ਹੈ ਅਟਲ ਪਦਵੀ ਪ੍ਰਾਪਤ ਹੋ ਸਕਦੀ ਹੈ ਤੇ ਤੁਹਾਨੂੰ ਕਿਉਂ ਨਹੀਂ ਹੋ ਸਕਦੀ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰੈ ਪਾਰਾ। ਨਾਨਕ ਹੈ ਨਾਨਕ ਕਹਿਤ ਚੇਤ ਚਿੰਤਾ ਮਨ, ਤੂੰ ਚੇਤੇ ਕਰਿਆ ਕਰ। ਚਿੰਤਾ ਮਨ, ਸਾਰੀਆਂ ਚਿਤਵਨੀਆਂ ਨੂੰ ਪੂਰੇ ਕਰਨ ਵਾਲੇ ਉਸ ਅਕਾਲ ਪੁਰਖ ਨੂੰ। ਕਿਹਨੂੰ ਚੇਤੇ ਕਰਨਾ? ਜਿਹੜੀਆਂ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ ਹੈ, ਉਹਨੂੰ ਚੇਤੇ ਕਰ। ਤੈ ਪੀ ਉਤਰੈ ਪਾਰਾ। ਤੇ ਪਾਤਸ਼ਾਹ ਕਹਿੰਦੇ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਲਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕੰਮ ਤੇਨਾ। ਸਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਤੈ ਵੀ ਉਤਰੈ ਪਾਰਾ, ਵੀ ਤੂੰ ਵੀ ਉਹਦਾ ਸਿਮਰਨ ਕੀਤਿਆਂ, ਉਹਦੀ ਬੰਦਗੀ ਕੀਤਿਆਂ ਮੁਕਤ ਹੋ ਸਕਦਾ ਹੈ। ਭਵ ਸਾਗਰ ਤੋਂ, ਸੰਸਾਰ ਤੋਂ ਤੇਰਾ ਵੀ ਪਾਰ ਉਤਾਰਾ ਹੋ ਸਕਦਾ ਹੈ। ਤੇ ਗੁਰਦੇਵ ਸਤਿਗੁਰੂ ਇੱਥੇ ਸਾਨੂੰ ਇਹੋ ਸਮਝਾਉਣ ਦਾ ਯਤਨ ਕਰਦੇ ਨੇ ਵੀ ਹਲੇ ਸਮਾਂ ਖੁੰਝਿਆ ਨਹੀਂ, ਸਮਾਂ ਲੰਘਿਆ ਨਹੀਂ। ਮਨੁੱਖ ਜਿਸ ਤਰ੍ਹਾਂ ਵੀ ਕਿਸੇ ਨੂੰ ਗਿਆਨ ਦੀ ਸੋਝੀ ਹੈ ਥੋੜ੍ਹੀ ਬਹੁਤ, ਕਿਸੇ ਨੂੰ ਨਹੀਂ ਹੈਗੀ, ਪਰ ਪਾਤਸ਼ਾਹ ਕਹਿੰਦੇ ਇਸ ਗੱਲ ਦੀਆਂ ਢੇਰੀਆਂ ਢਾਹ ਕੇ ਸੰਸਾਰ ਵਿੱਚ ਨਾ ਬੈਠੋ ਵੀ ਅਸੀਂ ਕਦੇ ਮੁਕਤ ਨਹੀਂ ਹੋ ਸਕਦੇ, ਸਾਡੀ ਬੰਦ ਖਲਾਸੀ ਨਹੀਂ ਹੋ ਸਕਦੀ, ਅਸੀਂ ਕਦੇ ਧਰਮੀ ਨਹੀਂ ਬਣ ਸਕਦੇ, ਅਸੀਂ ਕਦੇ ਪਰਮਾਤਮਾ ਦੀ ਸ਼ਰਨ ਉਹਦੇ ਚਰਨਾਂ ਵਿੱਚ ਨਹੀਂ ਜਾ ਸਕਦੇ। ਪਾਤਸ਼ਾਹ ਕਹਿੰਦੇ ਹਰ ਕਿਸੇ ਦਾ ਉਧਾਰ ਹੋ ਸਕਦਾ ਸੰਸਾਰ ਦੇ ਵਿੱਚ, ਸਿਰਫ ਤੇ ਸਿਰਫ ਦੇਰੀ ਹੈ।